ਇਬਾਦਤ ਜਿਹੜੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਿਆ ਵੀ ਧਰਮ ਦਾ ਨਾਂ ਸਿਰਫ ਧਰਮੀ ਕੱਪੜੇ ਪਾ ਲੈਣਾ ਔਰ ਮਾਲਾ ਜਪਣਾ ਔਰ ਸਿਰਫ ਖੁਦਾ ਦੇ ਘਰ ਹੋ ਕੇ ਆ ਜਾਣਾ। ਜਿਹੜੇ ਲੋਕ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦੇ, ਬਾਪ ਦੀ ਇੱਜ਼ਤ ਨਹੀਂ ਕਰਦੇ ਔਰ ਉਹ ਫਿਰ ਬੜੇ ਬੜੇ ਪੀਰਾਂ ਕੋਲ ਜਾਣ, ਬਾਬਿਆਂ ਕੋਲ ਜਾਣ। ਮੈਂ ਕਿਹਾ ਪੂਰੀ ਦੁਨੀਆ ਦੇ ਬਾਬੇ ਵੀ ਇਕੱਠੇ ਹੋ ਕੇ ਉਹਦੇ ਲਈ ਦੁਆ ਕਰਦੇ ਰਹਿਣ, ਉਹਦੀ ਦੁਆ ਲੱਗ ਨਹੀਂ ਸਕਦੀ। ਧਰਮ ਨੇ ਇਨਸਾਨੀਅਤ 'ਚ ਦੋਗਲੇਪਨ ਨੂੰ ਦੂਰ ਕੀਤਾ। ਬੰਦਾ ਜਿਹੜਾ ਹੈ ਉਹ ਭਾਵੇਂ ਅਨਪੜ੍ਹ ਹੋਵੇ ਵਫਾਦਾਰ ਹੋਣਾ ਚਾਹੀਦਾ। ਜਿਹਦੇ 'ਚ ਵਫਾਦਾਰੀ ਨਹੀਂ ਹੈ ਨਾ ਉਹ ਫਿਰ ਨਾਮ ਦਾ ਧਰਮੀ ਹਜੇ ਧਰਮੀ ਬਣਿਆ ਨਹੀਂ। ਅਜੇ ਤੱਕ ਭਾਰਤ ਦੇ ਵਿੱਚ ਜਿੰਨੀਆਂ ਸਟੇਟ ਗੌਰਮੈਂਟਸ ਨੇ ਉਹਨਾਂ 'ਚ ਕੋਈ ਐਸੀ ਢੁਕਵੀਂ ਸਰਕਾਰ ਮੁਸਲਮਾਨਾਂ ਦੇ ਪ੍ਰਤੀ ਕੁਝ ਵੱਡਾ ਨਹੀਂ ਕਰ ਸਕਦੀ। ਕਿਤੇ ਨਾ ਕਿਤੇ ਲੋਕਾਂ ਨੂੰ ਵੀ ਆਪਣੇ ਦੇਸ਼ ਦੇ ਪ੍ਰਤੀ, ਆਪਣੀ ਜ਼ਮੀਨ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਣੀ ਹੋਏਗੀ। ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। 370 ਜਿਨ੍ਹਾਂ ਨੇ ਲਾਈ ਪਹਿਲਾਂ ਸਿਆਸੀ ਫਾਇਦੇ ਲਈ ਲਾਈ, ਜਿਨ੍ਹਾਂ ਨੇ ਤੋੜੀ ਸਿਆਸੀ ਫਾਇਦੇ ਲਈ ਤੋੜੀ। ਨਾ 370 ਦਾ ਪਹਿਲਾਂ ਕੋਈ ਫਾਇਦਾ ਨੁਕਸਾਨ ਸੀ, ਪਹਿਲਾਂ ਵੀ ਗੱਲਾਂ ਬਾਤਾਂ ਹੀ ਸੀ, ਚਾਹੇ ਉਹ ਕਾਂਗਰਸ ਦੀ ਸਰਕਾਰਾਂ 'ਚ ਰਹੀ ਹੋਵੇ, ਹੁਣ ਵੀ ਗੱਲੀ ਬਾਤੀ ਹੈ। ਮੈਂ ਕਹਿੰਦਾ ਕਸ਼ਮੀਰ ਅਗਰ ਸਾਡਾ ਹੈ ਤੇ ਕਸ਼ਮੀਰੀ ਕਿਹਦੇ? ਉਹੀ ਤਾਂ ਸਾਡੇ ਨਾਲ। ਅਗਰ ਸਾਡਾ ਨੌਜਵਾਨ ਜਿਹੜਾ ਪੜ੍ਹ ਲਿਖ ਗਿਆ ਉਹਦਾ ਮੁੱਲ ਇੱਥੇ ਹੀ ਪੈ ਜਾਵੇ ਤੇ ਉਹ ਕਿਉਂ ਬਾਹਰ ਜਾਏ? ਕਿਤੇ ਨਾ ਕਿਤੇ ਸਿਸਟਮ 'ਚ ਖਰਾਬੀ। ਠੀਕ ਹੈ, ਆਪਾਂ ਸਾਰੇ ਭਾਈਚਾਰੇ ਨੂੰ ਆਪਾਂ ਇਕੱਠਾ ਰੱਖਣਾ ਚਾਹੁੰਦੇ ਹਾਂ ਤੇ ਕੋਈ ਆਪਣੇ ਕੱਟੜਵਾਦ ਵਾਲੀ ਕੋਈ ਗੱਲ ਹੈ ਨਹੀਂ, ਇੱਦਾਂ ਦੀ ਕੋਈ। ਸਤਿ ਸ਼੍ਰੀ ਅਕਾਲ, ਰੀਅਲ ਫਲੇਵਰ ਨਿਊਜ਼ ਦੇ ਨਾਲ ਸਵਾਗਤ ਹੈ। ਅੱਜ ਸਾਡੇ ਨਾਲ ਸ਼ਾਹੀ ਇਮਾਮ ਲੁਧਿਆਣੇ ਵਾਲੇ ਹੈਗੇ ਆ, ਕਿਉਂਕਿ ਅੱਜ ਪੰਜਾਬ ਦੇ ਝਾਮਪੁਰ ਜਿੱਥੇ ਕਿ ਮਸਜਿਦ ਦਾ ਨਿਰਮਾਣ ਕਰਨ ਲਈ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਸਾਡੇ ਚੈਨਲ ਦੇ ਨਾਲ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਪੰਜਾਬ ਦੇ ਝਾਮਪੁਰ ਵਿਖੇ ਪਹੁੰਚੇ ਹੋ, ਕਿਸ ਮਕਸਦ ਨਾਲ, ਕੀ ਤੁਹਾਡਾ ਅੱਜ ਇੱਥੇ ਮਤਲਬ ਪਹੁੰਚਣ ਦਾ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਅੱਜ ਮੁਹਾਲੀ ਦੇ ਝਾਮਪੁਰ ਵਿਖੇ ਅਸੀਂ ਸਾਡੇ ਹੈਪੀ ਬਾਈ ਦੀ ਜਿਹੜੀ ਸਟੇਟ ਹੈ ਉਹਦੇ 'ਚ ਮਸਜਿਦ ਦਾ ਨੀਂਹ ਪੱਥਰ ਰੱਖਣ ਦੇ ਲਈ ਆਏ ਹਾਂ ਔਰ ਇਸ ਮੌਕੇ 'ਤੇ ਸਰਵ ਧਰਮਾਂ ਦੇ ਲੋਕਾਂ ਦੇ ਨਾਲ ਬਾਤਚੀਤ ਵੀ ਹੋਈ ਔਰ ਇੱਕ ਅੱਛਾ ਸਮਾਜਿਕ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਕੀਤਾ ਹੈ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਧਰਮ ਹੁੰਦਾ ਹੈ ਜਾਂ ਇਬਾਦਤ ਜਿਹੜੀ ਹੁੰਦੀ ਹੈ ਉਹ ਮੂਲ ਰੂਪ ਦੇ ਵਿੱਚ ਸਮਾਜਿਕ ਵਿਵਸਥਾ ਦੇ ਅੰਦਰ ਇਮਾਨਦਾਰੀ ਦੀ ਗੱਲਬਾਤ ਨੂੰ ਆਮ ਕਰਨ ਦੇ ਲਈ ਉਹ ਇਹ ਕੰਮ ਜਿਹੜਾ ਕੀਤਾ ਜਾਂਦਾ ਹੈ। ਤੁਸੀਂ ਇੱਕ ਮਾਂ ਪਿਓ ਦਾ ਸੁਨੇਹਾ ਦਿੱਤਾ ਸੀ, ਮਾਂ ਤੇ ਬਾਪ ਨੂੰ ਜਿਹੜਾ ਤੁਸੀਂ ਦਿੱਤਾ ਵੀ ਜਿਹੜੇ ਮਾਂ ਪਿਓ ਦੀ ਕਦਰ ਨਹੀਂ ਕਰਦੇ, ਉਹ ਚਾਹੇ ਜਿੱਥੇ ਮਰਜ਼ੀ ਮੱਥੇ ਟੇਕ ਲੈਣ, ਜਿੱਥੇ ਮਰਜ਼ੀ ਸਿਰ ਰਗੜ ਲੈਣ, ਤਾਂ ਮਾਲਕ ਵੀ ਉਹਨਾਂ ਦੀ ਨਹੀਂ ਸੁਣਦਾ। ਉਹ ਇੱਦਾਂ ਕਿ ਇਸਲਾਮ ਨੇ ਇਬਾਦਤ ਨੂੰ, ਬਹੁਤ ਸਾਰੇ ਲੋਕ ਨਾ ਇਹ ਸਮਝਦੇ ਹੈ ਕਿ ਇਬਾਦਤ ਕਰਨਾ ਮਤਲਬ ਕਿ ਆਰਾਧਨਾ ਕਰਨਾ, ਪੂਜਾ ਕਰਨਾ, ਅਰਦਾਸ ਕਰਨਾ ਤੇ ਇਸ ਲਈ ਹੈ ਕਿ ਖੁਦਾ ਰਾਜ਼ੀ ਹੋ ਜਾਏ। ਲੇਕਿਨ ਇਹਦੀ ਅਸਲੀਅਤ ਇਹ ਹੈ ਕਿ ਇਬਾਦਤ ਇਸ ਲਈ ਹੈ ਕਿ ਤੁਸੀਂ ਇੱਕ ਅੱਛਾ ਸਮਾਜ ਸਿਰਜੋ ਤੇ ਸਮਾਜ ਸਿਰਜਿਆ ਜਾਂਦਾ ਘਰ ਤੋਂ, ਮਾਂ ਬਾਪ ਦੇ ਨਾਲ, ਬੀਵੀ ਨਾਲ, ਬੱਚਿਆਂ ਨਾਲ ਤੇ ਪੜੋਸੀ ਨਾਲ। ਇਹ ਚਾਰ ਹੀ ਕੈਟਾਗਰੀਆਂ ਉਹਦੇ ਵਿੱਚ ਆਉਂਦੀਆਂ। ਹੁਣ ਜਿਹੜਾ ਬੰਦਾ 5 ਵੇਲੇ ਨਮਾਜ਼ ਵੀ ਪੜ੍ਹਦਾ ਹੋਵੇ, ਮਾਂ ਪਿਓ ਨੂੰ ਬੁਰਾ ਭਲਾ ਕਹਿੰਦਾ ਹੋਵੇ, ਨਮਾਜ਼ ਵੀ ਪੜ੍ਹੇ, ਬੀਵੀ ਨਾਲ ਵੀ ਲੜੇ, ਨਮਾਜ਼ ਵੀ ਪੜ੍ਹੇ, ਬੱਚੇ ਵੀ ਉਹ ਤੋਂ ਡਰਨ, ਨਮਾਜ਼ ਵੀ ਪੜ੍ਹੇ, ਪੜੋਸੀ ਵੀ ਉਹ ਤੋਂ ਡਰਨ, ਤੇ ਇਸਲਾਮ ਕਹਿੰਦਾ ਫਿਰ ਬੁੱਲੇ ਸ਼ਾਹ ਨੇ ਉਹਨੂੰ ਸੌਖੀ ਪੰਜਾਬੀ 'ਚ ਕਿਹਾ ਵੀ ਨਮਾਜ਼ ਵੀ ਨੀਤੀ ਜਾਂਦੇ ਹੋ, ਠੱਗੀ ਵੀ ਕੀਤੀ ਜਾਂਦੇ ਹੋ, ਇਹ ਕੀ ਕੀਤੀ ਜਾਂਦੇ ਹੋ। ਮਤਲਬ ਇਬਾਦਤ ਜਿਹੜੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਿਆ ਵੀ ਧਰਮ ਦਾ ਨਾਂ ਸਿਰਫ ਧਰਮੀ ਕੱਪੜੇ ਪਾ ਲੈਣਾ ਔਰ ਮਾਲਾ ਜਪਣਾ ਔਰ ਸਿਰਫ ਖੁਦਾ ਦੇ ਘਰ ਹੋ ਕੇ ਆ ਜਾਣਾ, ਇਹ ਨਹੀਂ ਧਰਮ। ਖੁਦਾ ਦੇ ਘਰ ਤੁਹਾਨੂੰ ਇਸ ਲਈ ਜਾਣ ਲਈ ਕਿਹਾ, ਉਹਦੇ ਤਰੀਕੇ ਨਾਲ ਕੱਪੜੇ ਪਾਉਣ ਲਈ ਇਸ ਲਈ ਕਿਹਾ ਵੀ ਤੁਹਾਡਾ ਮਨ ਨੀਵਾਂ ਹੋ ਜਾਏ। ਤੇ ਅਗਰ ਤੁਸੀਂ ਆਪਣੀ ਮਾਂ ਦਾ ਇਹਤਰਾਮ ਨਹੀਂ ਕਰਦੇ, ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਮਾਂ ਦੇ ਪੈਰਾਂ ਦੇ ਨੀਚੇ ਜੰਨਤ ਹੈ ਔਰ ਬਾਪ ਜੰਨਤ ਦਾ ਦਰਵਾਜ਼ਾ ਹੈ। ਹੁਣ ਤੁਹਾਡੀ ਮਰਜ਼ੀ ਇਹਨੂੰ ਖੁੱਲ੍ਹਾ ਰੱਖੋ, ਤੁਹਾਡੀ ਮਰਜ਼ੀ ਇਹਨੂੰ ਬੰਦ ਕਰ ਦਿਓ। ਤੇ ਜਿਹੜੇ ਲੋਕ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦੇ, ਬਾਪ ਦੀ ਇੱਜ਼ਤ ਨਹੀਂ ਕਰਦੇ ਔਰ ਉਹ ਫਿਰ ਬੜੇ ਬੜੇ ਪੀਰਾਂ ਕੋਲ ਜਾਣ, ਬਾਬਿਆਂ ਕੋਲ ਜਾਣ। ਮੈਂ ਕਿਹਾ ਪੂਰੀ ਦੁਨੀਆ ਦੇ ਬਾਬੇ ਵੀ ਇਕੱਠੇ ਹੋ ਕੇ ਉਹਦੇ ਲਈ ਦੁਆ ਕਰਦੇ ਰਹਿਣ, ਉਹਦੀ ਦੁਆ ਲੱਗ ਨਹੀਂ ਸਕਦੀ ਜਦ ਤੱਕ ਘਰ ਦੇ ਵਿੱਚ ਜਿਹੜੀ ਮਾਂ ਬੈਠੀ ਹੈ, ਬਾਪੂ ਬੈਠਾ, ਜਦ ਤੱਕ ਉਹ ਦੁਆ ਨਹੀਂ ਕਰਨਗੇ ਤੁਹਾਨੂੰ ਕਿਸੇ ਦੁਆ ਨਹੀਂ ਲੱਗੇਗੀ। ਤੁਹਾਡੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਜੇਕਰ ਧਰਮ ਦੀ ਰਾਖੀ ਲਈ ਕੋਈ ਅਫਸਰ ਨਾਰਾਜ਼ ਹੁੰਦੇ ਨੇ, ਵੱਡੇ ਘਰਾਣੇ ਨਾਰਾਜ਼ ਹੁੰਦੇ ਨੇ ਤਾਂ ਹੋ ਜਾਣ, ਧਰਮ ਦੀ ਰਾਖੀ ਤੁਹਾਡੇ ਵਾਸਤੇ ਪਹਿਲ ਹੋਣੀ ਚਾਹੀਦੀ ਹੈ। ਦੇਖੋ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਆਪਾਂ ਸਾਰਿਆਂ ਨੂੰ ਕਿ ਧਰਮ ਹੈ ਹੀ ਸੱਚਾਈ ਦਾ ਨਾਮ। ਤੁਸੀਂ ਜਿਸ ਵੀ ਵਿਵਸਥਾ ਦੇ ਵਿੱਚ ਕੰਮ ਕਰਦੇ ਹੋ ਉਸ ਵਿਵਸਥਾ ਦੇ ਵਿੱਚ, ਉਸ ਦਸਤੂਰ 'ਚ, ਉਸ ਕਾਨੂੰਨ 'ਚ ਜਿਹੜੀ ਗੱਲ ਸਹੀ ਹੈ
ਅਗਰ ਤੁਸੀਂ ਉਹਨੂੰ ਸਹੀ ਲੈ ਕੇ ਚੱਲੋਗੇ ਤਾਂ ਤੁਸੀਂ ਧਰਮੀ ਹੋ। ਤੇ ਲੇਕਿਨ ਅਗਰ ਤੁਸੀਂ ਦਿਖਾਵੇ ਲਈ ਧਰਮੀ ਹੋ ਤੇ ਉੱਦਾਂ ਤੁਸੀਂ ਮਿਲਾਵਟ ਕਰੀ ਜਾਂਦੇ ਹੋ। ਮਿਸਾਲ ਤੌਰ ਤੇ ਉੱਪਰੋਂ ਮੈਂ ਕਹੀ ਜਾਵਾਂ ਤੁਹਾਡੇ ਨਾਲ ਹੈ, ਤੁਹਾਡੇ ਉੱਠਣ ਤੋਂ ਬਾਅਦ ਕਹਾਂਗੇ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲਿਓ ਇਹਦੇ ਨਾਲ, ਇਹਦਾ ਮਤਲਬ ਧਰਮੀ ਨਹੀਂ ਹੈ। ਧਰਮ ਨੇ ਇਨਸਾਨੀਅਤ 'ਚ ਦੋਗਲੇਪਨ ਨੂੰ ਦੂਰ ਕੀਤਾ। ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਸਾਨੂੰ ਸੁਨੇਹਾ ਦਿੱਤਾ ਜਦੋਂ ਕਿਹਾ ਇੱਕ ਖੁਦਾ ਦੀ ਇਬਾਦਤ ਕਰੋ, ਉਹ ਤਾਂ ਸਾਰੀ ਦੁਨੀਆ ਕਹਿ ਰਹੀ, ਲੇਕਿਨ ਉਹਨਾਂ ਨੇ ਸਾਨੂੰ ਕਿਹਾ ਵੀ ਇੱਕ ਦੀ ਇਬਾਦਤ ਉਹ ਜਿਹੜਾ ਇੱਕ ਦੇ ਹੀ ਲੜ ਲੱਗ ਜਾਏ। ਤੇ ਇਸ ਲਈ ਇਸ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਡੀਪਲੀ ਅਗਰ ਆਪਾਂ ਸਮਝੀਏ ਸਾਰੇ ਲੋਕ, ਕਿ ਬੰਦਾ ਜਿਹੜਾ ਹੈ ਉਹ ਭਾਵੇਂ ਅਨਪੜ੍ਹ ਹੋਵੇ ਵਫਾਦਾਰ ਹੋਣਾ ਚਾਹੀਦਾ ਹੈ। ਵਫਾਦਾਰ ਕਿੱਦਾਂ? ਧਰਮ ਦੇ ਪ੍ਰਤੀ ਵਫਾਦਾਰ, ਮਾਂ-ਬਾਪ ਦੇ ਪ੍ਰਤੀ ਵਫਾਦਾਰ, ਬੀਵੀ ਦੇ ਪ੍ਰਤੀ ਵਫਾਦਾਰ, ਆਪਣੇ ਯਾਰਾਂ ਦੇ ਪ੍ਰਤੀ ਵਫਾਦਾਰ। ਜਿਹਦੇ 'ਚ ਵਫਾਦਾਰੀ ਨਹੀਂ ਹੈ ਨਾ, ਉਹ ਫਿਰ ਨਾਮ ਦਾ ਧਰਮੀ ਹਜੇ ਧਰਮੀ ਬਣਿਆ ਨਹੀਂ ਜੀ। ਇਹ ਰਾਜਨੀਤੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਵੀ ਤੁਹਾਡਾ ਮੁਸਲਿਮ ਭਾਈਚਾਰਾ ਕਾਫੀ ਵੱਡੀ ਵੋਟ ਬੈਂਕ ਹੈਗਾ। ਅਸੀਂ ਸਟੇਟਾਂ ਦੀ ਗੱਲ ਕਰੀਏ, ਸਾਰੇ ਕਿਤੇ ਹੈਗਾ। ਕਿੰਨਾ ਕੁ ਜਿਹੜੀਆਂ ਸਰਕਾਰਾਂ ਧਿਆਨ ਦਿੰਦੀਆਂ ਨੇ ਮੁਸਲਿਮ ਸਮਾਜ ਦੇ ਮਤਲਬ ਵਿਕਾਸ ਦੇ ਲਈ? ਅਜੇ ਤੱਕ ਭਾਰਤ ਦੇ ਵਿੱਚ ਜਿੰਨੀਆਂ ਸਟੇਟ ਗੌਰਮੈਂਟਸ ਨੇ ਉਹਨਾਂ 'ਚ ਕੋਈ ਐਸੀ ਢੁਕਵੀਂ ਸਰਕਾਰ ਮੁਸਲਮਾਨਾਂ ਦੇ ਪ੍ਰਤੀ ਕੁਝ ਵੱਡਾ ਨਹੀਂ ਕਰ ਸਕੀ। ਹੁਣ ਤੱਕ ਜੋ ਵੀ ਮੁਸਲਿਮ ਕਮਿਊਨਿਟੀ ਨੇ ਯਾਨੀ ਤਰੱਕੀ ਕੀਤੀ ਹੋਣੀ ਹੈ, ਮੈਂ ਸਮਝਦਾ ਉਹ ਸਮਾਜਿਕ ਵਿਵਸਥਾ 'ਚ ਆਪ ਜ਼ੋਰ ਲਾ ਕੇ ਇਹਨਾਂ ਲੋਕਾਂ ਨੇ ਕੀਤੀ ਹੈ। ਅਤੇ ਆਹਿਸਤਾ ਆਹਿਸਤਾ ਹੁਣ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਇੱਕ ਵੋਟ ਬੈਂਕ ਦੇ ਤੌਰ 'ਤੇ ਇਸਤੇਮਾਲ ਨਾ ਹੋਣ। ਇਹ ਨਾ ਸਮਝਣ ਕਿ ਜਿਹੜੀਆਂ ਰਸਮੀ ਪਾਰਟੀਆਂ ਚੱਲੀਆਂ ਆ ਰਹੀਆਂ ਕਿ ਬਸ ਉਹਨਾਂ ਨੂੰ ਹੀ ਦੇਖਣਾ। ਜੋ ਮੂਲ ਮੰਤਰ ਹੈ ਸਿਆਸਤ ਦਾ, ਕਿ ਪਹਿਲਾਂ ਇਹ ਦੇਖੋ ਵੀ ਤੁਹਾਡੇ ਸਟੇਟ ਦੇ ਲਈ ਕੌਣ ਚੰਗਾ, ਤੁਹਾਡੀ ਮਾਂ ਬੋਲੀ ਲਈ ਕੌਣ ਚੰਗਾ, ਤੁਹਾਡੀ ਵਿਵਸਥਾ ਕੌਣ ਸਹੀ ਕਰ ਸਕਦਾ। ਅਗਰ ਕੋਈ ਵੀ ਬੰਦਾ ਧਰਮ ਦੇ ਨਾਂ 'ਤੇ ਵੋਟ ਦਿੰਦਾ ਹੈ ਜਾਂ ਕੋਈ ਬੰਦਾ ਵੋਟ ਵੇਚਦਾ ਹੈ, ਤੇ ਇਹਦਾ ਮਤਲਬ ਉਹ ਹਰਾਮ ਕੰਮ ਕਰ ਰਿਹਾ। ਮੈਨੂੰ ਯਾਦ ਹੈ ਅੰਨਾ ਹਜ਼ਾਰੇ ਨੇ ਜਦੋਂ ਅੰਦੋਲਨ ਸ਼ੁਰੂ ਕੀਤਾ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਰਹਿਮਾਨ ਲੁਧਿਆਣਵੀ ਸਾਹਿਬ, ਮੇਰੇ ਫਾਦਰ ਉਦੋਂ ਜ਼ਿੰਦਾ ਸੀ, ਤੇ ਉਹਨਾਂ ਦਾ ਸੁਨੇਹਾ ਵੀ ਆਇਆ ਸਾਰੀ ਸਟੇਟ ਦੇ ਲੋਕਾਂ ਨੂੰ, ਚੰਗੇ ਲੋਕਾਂ ਨੂੰ ਵੀ ਆਓ। ਤੇ ਅਸੀਂ ਉਹਨਾਂ ਨੂੰ ਲਿਖਿਆ ਸੀ ਵੀ ਜਿਸ ਇਲਾਕੇ ਦੇ ਵਿੱਚ ਲੋਕ ਇੱਕ ਬੋਤਲ ਸ਼ਰਾਬ ਦੇ ਲਈ ਵੋਟ ਵੇਚ ਦਿੰਦੇ ਹੈ, ਉੱਥੇ ਲੀਡਰਾਂ ਨੂੰ ਨਹੀਂ ਜਨਤਾ ਨੂੰ ਸਹੀ ਕਰਨ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਇਹ ਜਿਹੜੀ ਕਾਨੂੰਨ ਵਿਵਸਥਾ 'ਚ ਖਰਾਬੀ ਆਉਂਦੀ ਹੈ, ਆਪਾਂ ਸਾਰਾ ਇਲਜ਼ਾਮ ਹੀ ਸਰਕਾਰ 'ਤੇ ਨਾ ਦਈਏ ਇਹ ਸਰਕਾਰ ਨੇ ਇਹ ਨਹੀਂ ਕੀਤਾ, ਸਰਕਾਰ ਨੇ ਉਹ ਨਹੀਂ ਕੀਤਾ। ਸਰਕਾਰ ਡਸਟਬਿਨ ਲਾ ਸਕਦੀ ਹੈ, ਉਹਦੇ 'ਚ ਕੂੜਾ ਤਾਂ ਅਸੀਂ ਜਾ ਕੇ ਪਾਉਣਾ ਨਹੀਂ। ਸਰਕਾਰ ਕੰਧ ਤਾਂ ਬਣਾ ਸਕਦੀ ਹੈ, ਹੁਣ ਅਸੀਂ ਆਪ ਟੱਪ ਕੇ ਦੂਜੇ ਪਾਸੇ ਚੱਲ ਜਾਈਏ ਤਾਂ ਕੀ ਕਰ ਸਕਦੇ ਹਾਂ। ਕਿਤੇ ਨਾ ਕਿਤੇ ਲੋਕਾਂ ਨੂੰ ਵੀ ਆਪਣੇ ਦੇਸ਼ ਦੇ ਪ੍ਰਤੀ, ਆਪਣੀ ਜ਼ਮੀਨ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ। ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਹਮੇਸ਼ਾ ਸਰਕਾਰਾਂ ਨੂੰ ਦੋਸ਼ ਦਿੰਦੇ, ਇਸ ਲਈ ਕਿਤੇ ਨਾ ਕਿਤੇ ਜਿਹੜੀ ਹੈ ਤਰੱਕੀ ਰੁਕੀ ਹੋਈ ਹੈ। ਪੰਜਾਬ ਦੀ ਕੈਬਨਿਟ ਦਾ ਵਿਸਤਾਰ ਹੋਇਆ ਹੈ, ਜਿਸ ਦੇ ਵਿੱਚ ਇੱਕ ਵੀ ਮੁਸਲਿਮ ਕਮਿਊਨਿਟੀ ਦਾ ਕੋਈ ਵੀ ਜਿਹੜਾ ਕੈਬਨਿਟ 'ਚ ਮੰਤਰੀ ਨਹੀਂ ਲਿਆ ਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੈਰਤ ਦੀ ਗੱਲ ਹੈ, ਮੈਂ ਸਮਝਦਾ ਹੈਰਤ ਦੀ ਗੱਲ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਕਹਿਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ, ਇੱਕੋ ਹੀ ਮੁਸਲਮਾਨਾਂ ਦਾ MLA ਹੁੰਦਾ ਔਰ ਤਕਰੀਬਨ ਪੰਜਾਬ 'ਚ 22 ਲੱਖ ਮੁਸਲਮਾਨ ਜਿਹੜੇ ਨੇ ਉਹ ਸਦੀਆਂ ਤੋਂ ਆਬਾਦ ਨੇ ਔਰ ਪੰਜਾਬ ਦੀ ਭਾਈਚਾਰਕ ਸਾਂਝ ਦੇ ਵਿੱਚ, ਤਰੱਕੀ ਦੇ ਵਿੱਚ ਹਮੇਸ਼ਾ ਆਪਣਾ ਯੋਗਦਾਨ। ਔਰ ਇਹ ਜਿਹੜੀ ਸਾਂਝ ਹੈ ਅੱਜ ਨਹੀਂ ਸ਼ੁਰੂ ਹੋਈ, ਇਹ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਨੇ ਜਦੋਂ ਸਾਂਝ ਪਾਈ, ਇਹ ਉਦਣ ਤੋਂ ਸ਼ੁਰੂ ਹੋ ਗਈ। ਔਰ ਫਿਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਗਏ ਤੇ ਪੀਰ ਬੁੱਧੂ ਸ਼ਾਹ ਰਹਿਮਤੁल्लाह ਅਲੈਹ ਤੇ ਉਹਨਾਂ ਦੇ ਮੁਰੀਦਾਂ ਨੇ, ਉਹਨਾਂ ਦੇ ਬੇਟਿਆਂ ਨੇ ਆਪਣੀ ਸ਼ਹਾਦਤ ਦਿੱਤੀ। ਔਰ ਫਿਰ ਨਬੀ ਖਾਂ, ਗਨੀ ਖਾਂ ਨੇ ਆਪਣੇ ਮੋਢੇ 'ਤੇ ਚੱਕ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਉੱਚਦੇ ਪੀਰ ਨੂੰ ਨਾਲ ਲੈ ਕੇ ਜਾ ਰਹੇ ਹਾਂ। ਅਤੇ ਇਹਦਾ ਮਤਲਬ ਇਹ ਸਾਂਝ ਜਿਹੜੀ ਹੈ ਸਾਡੀ ਸਦੀਆਂ 'ਤੇ ਵਿਖਰੀ ਹੋਈ ਹੈ। ਇਹਦਾ ਇਤਿਹਾਸ ਜਿਹੜਾ ਬੜਾ ਸੁਨਹਿਰਾ ਹੈ, ਚਾਹੇ ਉਹ ਦਰਬਾਰ ਸਾਹਿਬ ਦੀ ਨੀਂਹ ਹੋਵੇ, ਸਾਈਮੀ ਅਮੀਰ ਹੋਣ, ਚਾਹੇ ਉਹ ਫਿਰ ਪੀਰ ਬੁੱਲੇ ਸ਼ਾਹ ਹੋਣ, ਚਾਹੇ ਬਾਬਾ ਫਰੀਦ ਸ਼ਕਰਗੰਜੀ ਹੋਣ। ਅਤੇ ਮੈਂ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਵੀ ਇੱਕੋ ਹੀ ਮੁਸਲਮਾਨ MLA ਮਲੇਰਕੋਟਲੇ ਤੋਂ ਜਿੱਤਦਾ, ਉਹਨਾਂ ਨੂੰ ਕੈਬਨਿਟ ਦੇ ਵਿੱਚ ਵੀ ਜਗ੍ਹਾ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਧਾਰਾ 370 ਦੀ ਗੱਲ ਕਰੀਏ, ਜੰਮੂ ਕਸ਼ਮੀਰ ਵਿੱਚ ਜਦੋਂ ਦੀ ਧਾਰਾ 370 ਲੱਗੀ, ਕਿੰਨਾ ਕੁ ਵਿਕਾਸ ਜਿਹੜਾ ਇਸ ਤੋਂ ਜ਼ਿਆਦਾ ਹੋ ਸਕਿਆ? 370 ਜਿਨ੍ਹਾਂ ਨੇ ਲਾਈ ਪਹਿਲਾਂ ਸਿਆਸੀ ਫਾਇਦੇ ਲਈ ਲਾਈ, ਜਿਨ੍ਹਾਂ ਨੇ ਤੋੜੀ ਸਿਆਸੀ ਫਾਇਦੇ ਲਈ ਤੋੜੀ। ਨਾ 370 ਦਾ ਪਹਿਲਾਂ ਕੋਈ ਫਾਇਦਾ ਨੁਕਸਾਨ ਸੀ, ਨਾ ਹੁਣ ਕੋਈ ਫਾਇਦਾ ਨੁਕਸਾਨ ਹੋਇਆ। ਪਹਿਲਾਂ ਵੀ ਗੱਲਾਂ ਬਾਤਾਂ ਹੀ ਸੀ, ਚਾਹੇ ਉਹ ਕਾਂਗਰਸ ਦੀ ਸਰਕਾਰਾਂ 'ਚ ਰਹੀ ਹੋਵੇ, ਹੁਣ ਵੀ ਗੱਲੀ ਬਾਤ ਹੀ ਹੈ। ਮੈਂ ਕਹਿੰਦਾ ਕਸ਼ਮੀਰ ਅਗਰ ਸਾਡਾ ਹੈ ਤੇ ਕਸ਼ਮੀਰੀ ਕਿਹਦੇ ਹੈ? ਉਹ ਵੀ ਤਾਂ ਸਾਡੇ ਨੇ ਨਾ। ਕੋਈ ਧਰਤੀ ਅਗਰ ਸਾਡੀ, ਉਸ ਧਰਤੀ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਵੀ ਤਾਂ ਸਾਡੇ ਹੈ। ਇਸ ਲਈ ਇਹ ਤਾਂ ਜੁਮਲੇਬਾਜ਼ੀਆਂ ਕਿ ਜੀ ਅਸੀਂ ਇਹ ਕਰ ਰਹੇ ਹਾਂ ਜੀ, ਉਹ ਕਰ ਰਹੇ ਹਾਂ।
ਜਿਹੜੇ ਮਰਜ਼ੀ ਕਾਨੂੰਨ ਬਣਾਉਂਦੇ ਰਹੋ, ਲੇਕਿਨ ਜਦ ਤੱਕ ਕਿਸੇ ਵੀ ਖਿੱਤੇ ਦੀ ਜਿਹੜੀ ਆਵਾਮ ਹੈ ਉਹਦੇ ਦਿਲਾਂ ਨੂੰ ਨਹੀਂ ਜਿੱਤਿਆ ਜਾਏਗਾ। ਮੈਂ ਪੰਜਾਬ ਦੀ ਧਰਤੀ ਤੋਂ ਗੱਲ ਇਹ ਤੁਹਾਡੇ ਨਾਲ ਕਹਿਣਾ ਚਾਹੁੰਦਾ ਕਿ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਸਿਸਟਮ ਸ਼ੁਰੂ ਕੀਤਾ, ਉਹਨੂੰ ਅਸੀਂ ਕਹਿੰਦੇ ਸੰਵਾਦ ਦਾ ਸਿਸਟਮ। ਉਹਨਾਂ ਨੇ ਇੱਕ ਰੀਤ ਪਾਈ ਇਸ ਧਰਤੀ ਤੋਂ ਵੀ ਸੰਵਾਦ ਕਰੋ, ਲੋਕਾਂ ਨਾਲ ਗੱਲਬਾਤ ਕਰੋ। ਗੱਲਬਾਤ ਕਰੋਗੇ ਮਸਲਾ ਹੱਲ ਹੋਏਗਾ, ਮਸਲਾ ਨਿਕਲੇਗਾ, ਕੁੜੱਤਣ ਘਟੇਗੀ, ਮੁਹੱਬਤ ਵਧੇਗੀ। ਤੇ ਹੁਣ ਆਪਾਂ ਸੰਵਾਦ ਦੇ ਜ਼ਰੀਏ ਕਹੀਏ ਕਿ ਸਿਰਫ ਤਾਕਤ ਨਾਲ ਮਸਲਾ ਹੱਲ ਹੋਊਗਾ, ਮੈਂ ਸਮਝਦਾ ਤਾਕਤ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਜੀ। ਇੱਕ ਤੁਸੀਂ, ਮੈਂ ਰਾਤ ਦੇਖ ਰਿਹਾ ਸੀ, ਤੁਸੀਂ ਬੋਲ ਰਹੇ ਸੀ, ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕਿਹਾ ਵੀ ਉੱਥੇ ਨਮਾਜ਼ ਪੜ੍ਹੋ ਜਾ ਕੇ। ਤੁਹਾਡੀ ਅੱਖਾਂ 'ਚ ਹੰਝੂ ਵੀ ਆਏ ਸੀ ਉਸ ਸਮੇਂ, ਤੁਸੀਂ ਉੱਥੇ ਬੋਲ ਰਹੇ ਸੀ, ਉੱਥੋਂ ਵੱਟੇ ਵੱਜਦੇ ਸੀ, ਮੈਂ ਫਿਰ ਵੀ ਉੱਥੇ ਜਾ ਕੇ ਨਮਾਜ਼ ਪੜ੍ਹਦਾ ਸੀ। ਤੁਹਾਡੀਆਂ ਤੁਸੀਂ ਅੱਖਾਂ ਨੇ ਤੁਹਾਡੇ ਹੰਝੂ ਨਹੀਂ ਕਰੇ ਸੀ ਉਸ ਸਮੇਂ, ਇਮੋਸ਼ਨਲ ਤੁਸੀਂ ਹੋ ਚੁੱਕੇ ਸੀ। ਉਹ ਥੋੜ੍ਹਾ ਬਾਰੇ, ਉਹਦੇ ਬਾਰੇ ਦੱਸੋ। ਅਸਲ ਜੋ ਪੁਰਾਣੇ ਕੁਝ ਵਾਕਿਆਤ ਨੇ ਕਿ ਜਦ ਵੀ ਕੋਈ ਬੰਦਾ ਕਿਸੇ ਮੁਕਾਮ ਤੱਕ ਪਹੁੰਚਦਾ ਤੇ ਅਕਸਰ ਆਪਾਂ ਲੋਕ ਦੇਖਦੇ ਹਾਂ, ਜਦ ਕਿਸੇ ਬੜੇ ਬੰਦੇ ਨੂੰ ਜਾਂ ਕਿਸੇ ਬੜੇ ਬਿਜ਼ਨਸਮੈਨ ਨੂੰ ਤਰੱਕੀ ਦੇ ਵਿੱਚ ਦੇਖਦੇ ਹਾਂ, ਉਹ ਮੈਂ ਉਹਨਾਂ ਦੇ ਦੇਹਾਂਤ ਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਵਾਕਿਆਤ ਬਿਆਨ ਕਰ ਰਿਹਾ ਸੀ। ਉਹਦਾ ਮੂਲ ਸੰਖੇਪ ਇਹ ਹੈ ਕਿ ਜਿਹੜਾ ਵੀ ਬੰਦਾ ਕਿਸੇ ਮੁਕਾਮ ਤੇ ਪਹੁੰਚਦਾ ਹੈ ਤੇ ਕਈ ਲੋਕ ਇਹ ਸਮਝਦੇ ਕਿ ਪਤਾ ਨਹੀਂ ਉੱਦਾਂ ਹੀ ਪਹੁੰਚ ਗਿਆ, ਲੇਕਿਨ ਉਹਦੇ ਪਿੱਛੇ ਬੜੀ ਹੀ ਜੱਦੋ-ਜਹਿਦ ਦੀ ਜ਼ਿੰਦਗੀ ਹੁੰਦੀ ਹੈ, ਬੜੀ ਮੁਸ਼ਕਲਾਂ, ਪਰੇਸ਼ਾਨੀਆਂ, ਦੁੱਖ, ਦਰਦ, ਬਹੁਤ ਵੱਡੇ ਖੂਨ ਔਰ ਆਂਸੂਆਂ ਦੇ ਦਰਿਆ ਪਾਰ ਕਰਕੇ ਕੋਈ ਵੀ ਬੰਦਾ ਉਸ ਮੁਕਾਮ ਤੱਕ ਪਹੁੰਚਦਾ। ਤੇ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਕਰੋ ਜਦੋਂ ਅੱਲਾਹ ਤਾਲਾ ਰੱਬ ਜਿਹੜਾ ਅਕਾਲ ਪੁਰਖ ਤੁਹਾਨੂੰ ਕੋਈ ਵਧੀਆ ਜਗ੍ਹਾ ਦੇ ਦੇ, ਕੋਈ ਤੁਸੀਂ ਮਸ਼ਹੂਰ ਹੋ ਜਾਓ, ਉੱਚੀ ਜਗ੍ਹਾ ਪਹੁੰਚ ਜਾਓ, ਤੇ ਫਿਰ ਉਹਨਾਂ ਲੋਕਾਂ ਨੂੰ ਯਾਦ ਕਰੋ ਜਿਹੜੇ ਉਦੋਂ ਤੁਹਾਡੇ ਨਾਲ ਸੀ ਜਦੋਂ ਸਾਡੇ ਨਾਲ ਸੀਗਾ ਕੋਈ ਨਹੀਂ, ਜਦੋਂ ਤੁਹਾਨੂੰ ਕੋਈ ਜਾਣਦਾ ਨਹੀਂ ਸੀ। ਤੁਹਾਡਾ ਕੀ ਮੈਸੇਜ ਹੈ ਪੰਜਾਬ ਸਰਕਾਰਾਂ ਨੂੰ, ਦੇਸ਼ ਵਾਸੀਆਂ ਲਈ ਤੁਹਾਡਾ ਕੀ ਮੈਸੇਜ, ਕਮਿਊਨਿਟੀ ਲਈ ਕੀ ਮੈਸੇਜ ਹੈ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਆਪਾਂ ਟ੍ਰੈਂਡ ਫੜ ਲਿਆ ਜ਼ੋਰ ਦੀ ਕਿ ਵੀ ਚਲੋ ਬਾਹਰ ਨੂੰ ਚੱਲੀਏ, ਇੱਥੇ ਕਿਹਨੇ ਰਹਿਣਾ? ਇਹ ਜਿਹੜੀ ਅਣਖ ਦੀ ਧਰਤੀ ਹੈ ਤੇ ਜਿਹੜੀ ਦੁਨੀਆ ਦੀ ਵਿਲੱਖਣ ਧਰਤੀ ਹੈ ਜਿੱਥੋਂ ਸਰਬ ਸਾਂਝੀ ਵਾਰਤਾ ਦਾ ਪੈਗਾਮ ਦਿੱਤਾ ਗਿਆ ਹੈ, ਤੇ ਇਹ ਕਿੱਦਾਂ ਹੋ ਸਕਦਾ ਕਿ ਵੀ ਆਪਾਂ ਸਾਰੇ ਕਹੀਏ ਕਿ ਨਹੀਂ ਹੁਣ ਬਾਹਰ ਨੂੰ ਚੱਲੀਏ? ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਅਸੀਂ ਬਾਹਰ ਕਿਉਂ ਜਾ ਰਹੇ ਹਾਂ। ਅਗਰ ਸਾਡਾ ਨੌਜਵਾਨ ਜਿਹੜਾ ਪੜ੍ਹ ਲਿਖ ਗਿਆ ਉਹਦਾ ਮੁੱਲ ਇੱਥੇ ਹੀ ਪੈ ਜਾਵੇ ਤੇ ਉਹ ਕਿਉਂ ਬਾਹਰ ਜਾਏ? ਕਿਤੇ ਨਾ ਕਿਤੇ ਸਿਸਟਮ 'ਚ ਖਰਾਬੀ ਹੈ। ਮੈਂ ਛੋਟੀ ਜਿਹੀ ਗੱਲ ਤੁਹਾਡੇ ਥਰੂ, ਬੜੀ ਕੀਮਤੀ ਗੱਲ ਹੈ ਜਿਹੜੀ ਹੁਣ ਮੈਂ ਤੁਹਾਨੂੰ ਕਹਿਣ ਲੱਗਾ। ਮੈਂ ਸਾਊਦੀ ਅਰਬ ਗਿਆ ਤੇ ਉੱਥੇ ਮੇਰੇ ਕੁਝ ਦੋਸਤ ਨੇ ਤੇ ਮੈਂ ਉਹਨਾਂ ਨੂੰ ਉੱਦਾਂ ਹੀ ਇੱਕ ਦਿਨ ਪੁੱਛਿਆ, ਉਹ ਮੈਂ ਕਿਹਾ ਯਾਰ ਤੁਸੀਂ ਧਰਨੇ ਨਹੀਂ ਲਾਉਂਦੇ? ਵੀ ਸਰਕਾਰ ਦੇ ਖਿਲਾਫ ਕੁਛ? ਤੇ ਉਹ ਮੈਨੂੰ ਪ੍ਰੋਫੈਸਰ ਸੀਗੇ, ਉਹ ਮੈਨੂੰ ਕਹਿਣ ਲੱਗੇ ਧਰਨੇ ਲਾਉਣ ਦੀ ਜ਼ਰੂਰਤ ਹੀ ਨਹੀਂ। ਮੈਂ ਕਿਹਾ ਕਿਉਂ? ਕਹਿੰਦੇ ਅਨਇੰਪਲੋਇਮੈਂਟ ਹੈ ਨਹੀਂ, ਮਤਲਬ ਬੇਰੁਜ਼ਗਾਰ ਬੰਦਾ ਕੋਈ ਨਹੀਂ। ਧਰਨਾ ਤਾਂ ਉਹਨੇ ਹੀ ਲਾਣਾ ਨਾ ਜੀ ਜਿਹੜਾ ਵਿਹਲਾ। ਜਿਹੜੇ ਵਿਹਲੇ ਹੀ ਨਹੀਂ ਉਹਨਾਂ ਨੇ ਧਰਨਾ ਕਿੱਥੇ ਲਾਉਣ ਜਾਣਾ ਜੀ? ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਰੇ ਹੀ ਕੰਮ ਲਾ ਲਏ, ਇਹ ਕਿੱਦਾਂ ਲਾ ਲਿਆ ਤੁਸੀਂ ਸਾਰੇ ਬੰਦਿਆਂ ਨੂੰ ਕੰਮ? ਤੇ ਮੈਨੂੰ ਹੈਰਤ ਦੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਉੱਥੇ ਦੀ ਗਵਰਨਮੈਂਟ ਨੇ ਇੱਕ ਰੂਲ ਬਣਾਇਆ। ਮਿਸਾਲ ਦੇ ਤੌਰ ਤੇ ਇਹ ਆਫਿਸ ਹੈ, ਇਹ ਕੰਪਨੀ ਚੱਲ ਰਹੀ ਹੈ, ਗਵਰਨਮੈਂਟ ਨੇ ਇੱਕ ਰੂਲ ਬਣਾਇਆ ਕਿ ਜਿਹੜਾ ਮਰਜ਼ੀ ਬੰਦਾ ਇਹਨੂੰ ਇਨਵੈਸਟ ਕਰੇ, ਭਾਵੇਂ 500 ਕਰੋੜ ਰੁਪਇਆ ਲਗਾਏ, ਇਹਦਾ ਜਿਹੜਾ ਡਾਇਰੈਕਟਰ ਹੋਏਗਾ ਉਹ ਉੱਥੇ ਦਾ ਰਹਿਣ ਵਾਲਾ ਬੰਦਾ ਹੋਏਗਾ। ਕੰਪਨੀ ਨੇ ਕਿਹਾ ਜੀ ਉੱਥੇ ਇਹਨੂੰ ਤਾਂ ਆਉਂਦਾ ਨਹੀਂ ਕੁਛ, ਕਿਉਂ ਬਣਾਈਏ? ਉਹ ਕਹਿੰਦੇ ਨਹੀਂ ਬਣਾਉਣਾ ਤਾਂ ਇਹਨੂੰ ਹੀ ਪੈਣਾ, ਇੱਕ ਅਸਿਸਟੈਂਟ ਨਾਲ ਲਾ ਦਿਓ ਜਿਹਨੂੰ ਆਉਂਦਾ ਹੋਵੇ ਕੰਮ। ਮਤਲਬ ਜਿਹੜੇ ਇੰਪਲਾਈਜ਼ ਰੱਖਣ ਜਾ ਰਹੇ ਹੋ, ਹੁਣ ਸਾਡੇ ਕਿੰਨੀਆਂ ਬੜੀਆਂ ਕੰਪਨੀਆਂ ਪੰਜਾਬ 'ਚ, ਲਿਮਟਿਡ ਕੰਪਨੀਆਂ ਪਈਆਂ, ਬੜੇ ਗਰੁੱਪ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਸਾਡੀ ਉੱਥੇ ਗਿਣਤੀ ਹੀ ਨਹੀਂ ਹੈ ਪੰਜਾਬੀਆਂ ਦੀ, ਨਾ ਵੱਡੇ ਅਹੁਦਿਆਂ 'ਚ ਨਾ ਛੋਟੇ ਅਹੁਦਿਆਂ 'ਚ। ਮੈਨੂੰ ਕਿਸੇ ਬਾਹਰਲੇ ਸੂਬੇ ਵਾਲੇ ਤੋਂ ਕੋਈ ਇਤਰਾਜ਼ ਨਹੀਂ ਹੈ, ਬਿਲਕੁਲ ਸਾਰਿਆਂ ਨੂੰ ਰੋਜ਼ਗਾਰ ਲੈਣ ਦਾ ਹੱਕ ਹੈ, ਲੇਕਿਨ ਜਿਸ ਜਗ੍ਹਾ ਇੰਡਸਟਰੀ ਲਗਾਈ ਜਾ ਰਹੀ ਹੈ, ਜਿੱਥੋਂ ਪੈਸਾ ਪੈਦਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਖੇਤਾਂ 'ਚੋਂ ਸਮਾਨ ਪੂਰੀ ਦੁਨੀਆ 'ਚ ਜਾ ਰਿਹਾ ਹੈ, ਤੇ ਉਹਨਾਂ ਨੂੰ ਤਾਂ ਉਹ ਅਹੁਦਾ ਦਿੱਤਾ ਹੀ ਨਹੀਂ ਗਿਆ, ਉਹਨਾਂ ਦੀ ਤਾਂ ਪਰਸੈਂਟੇਜ ਹੀ ਨਹੀਂ ਰੱਖੀ ਗਈ। ਦੁਬਈ 'ਚ ਕੰਮ ਕਰਨ ਜਾਓ, ਰੂਲ ਬਣਾਇਆ ਗਵਰਨਮੈਂਟ ਨੇ ਕਿ ਅਰਬੀ ਬੰਦਾ ਵਪਾਰ 'ਚ ਹਿੱਸੇਦਾਰ ਹੋਊਗਾ ਤਾਂ ਤੁਸੀਂ ਦੁਬਈ 'ਚ ਆਪਣਾ ਮਾਲ ਬਣਾਓਗੇ, ਤਾਂ ਤੁਸੀਂ ਦੁਬਈ 'ਚ ਨੌਕਰੀ ਕਰੋਗੇ। ਹਿੱਸੇਦਾਰੀ ਪਾਣੀ ਹੈ, ਮਤਲਬ ਸ਼ੇਅਰ ਪਾਣੇ ਉਹਦੇ। ਸਾਡੇ ਕੋਈ ਰੂਲ ਹੀ ਨਹੀਂ। ਸਾਨੂੰ ਫਿਰ ਅਸੀਂ ਬਾਹਰ ਨੂੰ ਹੀ ਭੱਜਣਾ ਜੀ, ਹੋਰ ਕਿੱਥੇ ਨੂੰ ਜਾਣਾ? ਕਿਤੇ ਨਾ ਕਿਤੇ ਸਰਕਾਰ ਨੂੰ ਇਹ ਕਾਨੂੰਨ, ਸਿਰਫ ਪੰਜਾਬ ਹੀ ਨਹੀਂ ਪੂਰੇ ਭਾਰਤ ਦੀਆਂ ਜਿੰਨੀਆਂ ਸਰਕਾਰਾਂ ਹੈ, ਉਹਨਾਂ ਨੂੰ ਆਪਣੀ ਜ਼ੁਬਾਨ ਬਚਾਉਣ ਦੇ ਲਈ, ਮੇਰੀ ਗੱਲ ਸੁਣ ਲਓ, ਕੋਈ ਵੀ ਕੌਮ ਉਦੋਂ ਖਤਮ ਹੁੰਦੀ ਜਦੋਂ ਉਹਦੀ ਜ਼ੁਬਾਨ ਖਤਮ ਹੋ ਜਾਂਦੀ ਜੀ। ਕਿਉਂਕਿ ਜ਼ੁਬਾਨ ਹੀ ਤੁਹਾਨੂੰ ਮਿੱਟੀ ਨਾਲ ਜੋੜਦੀ ਹੈ। ਤੁਹਾਡੀ ਜਿਹੜੀ ਮਾਂ ਬੋਲੀ ਹੈ ਨਾ ਜੀ, ਸਿਰਫ ਤੁਹਾਨੂੰ ਉਹੀ ਮਿੱਟੀ ਨਾਲ ਜੋੜਦੀ। ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਡੀ ਮਿੱਟੀ ਨਾਲ ਜੋੜ ਦੇਵੇ? ਅਸੀਂ 7 ਸਮੁੰਦਰ ਪਾਰ ਜਾਈਏ, ਜੇ ਕੋਈ ਪੰਜਾਬੀ ਬੋਲਦਾ ਮਿਲ ਜਾਏ ਬੰਦੇ ਨੂੰ, ਇੱਕ ਵਾਰੀ ਰੂਹ ਖੁਸ਼ ਹੋ ਜਾਂਦੀ ਨਹੀਂ ਹੁੰਦੀ? ਭਾਵੇਂ ਪਾਕਿਸਤਾਨੀ ਹੋਵੇ, ਭਾਵੇਂ ਇੰਡੀਅਨ ਹੋਵੇ,
ਭਾਵੇਂ ਅਮਰੀਕਾ 'ਚ ਰਹਿੰਦਾ, ਕੈਨੇਡਾ 'ਚ। ਇਸ ਲਈ ਤੁਹਾਡੀ ਮਾਂ ਬੋਲੀ ਤਾਂ ਤੁਹਾਨੂੰ ਜੋੜਨ ਵਾਲੀ ਹੈ ਨਾ ਜੀ। ਤੁਸੀਂ ਮਾਂ ਬੋਲੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਘੱਟੋ ਘੱਟ ਇਸ ਤਰ੍ਹਾਂ ਐਡਜਸਟ ਕਰੋ। ਪੂਰੀ ਗਵਰਨਮੈਂਟ ਜਿਹੜੀ ਹੈ, ਚਾਹੇ ਉਹ ਪੰਜਾਬ ਸਰਕਾਰ ਹੋਵੇ, ਚਾਹੇ ਉਹ ਯੂਪੀ ਬਿਹਾਰ, ਜਿਹੜੀ ਮਰਜ਼ੀ ਸਰਕਾਰਾਂ ਹੋਣ, ਇਹ ਲੋਕ ਟੈਲੈਂਟ ਲੱਭਦੇ, ਆਪਣੇ ਬੰਦਿਆਂ ਨੂੰ ਟੈਲੈਂਟਡ ਬਣਾਉਣਾ ਨਹੀਂ ਚਾਹੁੰਦੇ, ਸੌਖੀ ਖੀਰ ਖਾਣਾ ਚਾਹੁੰਦੇ ਹੈ। ਇੱਦਾਂ ਨਹੀਂ ਹੋਣਾ। ਆਪਣੇ ਲੋਕਾਂ ਨੂੰ ਸਤਿਕਾਰ ਦਿਓ, ਇਹਨਾਂ ਨੂੰ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਇਹਨਾਂ ਨੂੰ ਸਿਸਟਮ ਦੇ ਵਿੱਚ ਲੈ ਕੇ ਆਓ ਤੇ ਇਨਸ਼ਾਅੱਲਾ ਕੰਮ ਇੱਕ ਬਣੇਗਾ। ਛੋਟੀ ਗੱਲ ਹੈ, ਅੱਜ ਕੱਲ ਪੰਜਾਬ ਦੇ ਇੱਕ ਟ੍ਰੈਂਡ ਬਣ ਚੁੱਕਾ ਮੁਰਦਾਬਾਦ ਮੁਰਦਾਬਾਦ। ਜਿੱਥੇ ਦੇਖੋ 5 ਮਿੰਟ ਜੇ ਆਪਾਂ ਕਿਤੇ ਰਸਤੇ ਜਾ ਰਹੇ ਹਾਂ ਉੱਥੇ ਹੀ ਮੁਰਦਾਬਾਦ। ਇਹ ਦੇਸ਼ ਜਿਹੜਾ ਹੈਗਾ ਪੰਜਾਬ ਕਿਹੜੇ ਪਾਸੇ ਜਾ ਰਿਹਾ? ਇੱਕ ਪਾਸੇ ਬਦਲਾਵ ਦੀ ਰਾਜਨੀਤੀ ਆਈ ਹੈ, ਦੂਸਰੇ ਪਾਸੇ ਜਿਹੜਾ ਲਗਾਤਾਰ ਇਹ ਗੱਲਾਂ ਹੋ ਰਹੀਆਂ ਨੇ। ਅਸਲ 'ਚ ਕੁਝ ਲੋਕਾਂ ਦੇ ਨਾ ਦਿਲ ਬਹੁਤ ਥੋੜ੍ਹੇ ਨੇ, ਛੋਟੀ ਛੋਟੀ ਗੱਲ ਤੇ ਆਪੋ ਬਾਹਰ ਹੋ ਜਾਂਦੇ ਨੇ। ਸਬਰ ਰੱਖਣਾ ਚਾਹੀਦਾ। ਇਹ ਟ੍ਰੈਂਡ ਪੰਜਾਬ ਦੀ ਸੱਭਿਅਤਾ ਨਹੀਂ ਹੈ ਕਿ ਜਰਾ ਜਰਾ ਜੀ ਗੱਲ ਤੇ ਆਪਾਂ। ਅੱਜ ਕੱਲ੍ਹ ਮੈਂ ਦੇਖਦਾ ਫੇਸਬੁੱਕ ਤੇ ਕੁਝ ਲੋਕ ਲਾਈਵ ਹੋ ਕੇ ਕੋਈ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰ ਰਿਹਾ, ਕੋਈ ਮੂਸੇ ਵਾਲੇ ਦੇ ਖਿਲਾਫ ਬੋਲ ਰਿਹਾ, ਕੋਈ ਕੁਝ ਬੋਲ ਰਿਹਾ। ਦੁਨੀਆ ਮਸ਼ਹੂਰ ਹੋਣਾ ਚਾਹੁੰਦੀ ਫ੍ਰੀ ਦੇ ਵਿੱਚ, ਤੇ ਫ੍ਰੀ 'ਚ ਬਦਨਾਮੀ ਖੱਟੀ ਜਾ ਸਕਦੀ ਹੈ, ਇੱਜ਼ਤ ਨਹੀਂ ਖੱਟੀ ਜਾ ਸਕਦੀ। ਬਹੁਤ ਧੰਨਵਾਦ ਤੁਹਾਡਾ। ਇਹ ਸੀ ਸਾਡੇ ਨਾਲ ਸ਼ਾਹੀ ਮੀਮ, ਜਿਨ੍ਹਾਂ ਨੇ ਵੱਡੀਆਂ ਗੱਲਾਂ ਕਰੀਆਂ ਨੇ ਕਿ ਜਿਹੜਾ ਦੇਸ਼ ਹੈਗਾ ਇਸ ਨੂੰ ਬਚਾਉਣ ਦੇ ਲਈ ਇੱਕ ਸਟੈਂਡਰਡ ਤੇ ਇੱਕ ਜਿਹੜੀ ਪਾਲਿਸੀਆਂ ਹੋਣੀਆਂ ਚਾਹੀਦੀਆਂ ਨੇ। ਕੀ ਨਾਮ ਕੀ ਤੁਹਾਡਾ ਜੀ? ਮੇਰਾ ਨਾਮ ਹੈਪੀ ਮਲਿਕ ਹੈ ਤੇ ਮੈਂ ਰਹਿਣ ਵਾਲਾ ਪਿੰਡ ਭੱਗੂ ਮਾਜਰਾ, ਤੇ ਸਾਡਾ ਸ਼ੁਰੂ ਤੋਂ ਕਾਰੋਬਾਰ ਸੀ ਮਾਲੀ 'ਚ ਹੀ ਕੰਮ ਕਰਦੇ ਸ਼ੁਰੂ ਤੋਂ। ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ, ਤੁਸੀਂ ਮਸਜਿਦ ਦਾ ਨਿਰਮਾਣ ਕਰਵਾ ਰਹੇ ਹੋ, ਹੈਪੀ ਅੱਜ ਹਰ ਇੱਕ ਦੀ ਜ਼ੁਬਾਨ 'ਤੇ ਹੈਗਾ ਕਿਉਂਕਿ ਤੁਸੀਂ ਹਰ ਧਰਮ ਨੂੰ ਜੋੜਨ ਜਾ ਰਹੇ ਹੋ। ਇਹਦੇ ਬਾਰੇ ਦੱਸੋ ਵੀ ਤੁਸੀਂ ਕੀ ਦਾਨ ਕੀਤਾ ਹੈ, ਮਤਲਬ ਕੀ ਹੈ? ਨਹੀਂ, ਜਿਹੜੀ ਮਸਜਿਦ ਹੈ ਇਹਦਾ ਪਲਾਟ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਦਿਆ ਹੈ, ਤੇ ਇਹ ਕੋਈ ਮਤਲਬ ਕਿ ਮਸਜਿਦ ਹੈ ਜੋ ਵੀ ਆਪਣਾ ਜਿੱਦਾਂ ਆਪਣੇ ਚਰਚ ਹੈ ਉਹਦੇ ਵੀ ਆਪਣਾ ਯੋਗਦਾਨ ਹੈ, ਸਾਡੇ ਉਰੇ ਪੀਰ ਕੀ ਦਰਗਾਹ ਦੀ ਜਗ੍ਹਾ ਹੈ ਉਹਦੇ ਵੀ ਆਪਣਾ ਯੋਗਦਾਨ ਹੈ, ਤੇ ਆਉਣ ਵਾਲੇ 1 ਸਾਲ 6 ਮਹੀਨੇ 'ਚ ਮੰਦਿਰ ਵੀ ਬਣਾ ਰਹੇ ਆਪਾਂ। ਠੀਕ, ਤੇ ਆਪਾਂ ਕਿਉਂਕਿ ਸਾਰੇ ਭਾਈਚਾਰੇ ਨੂੰ ਆਪਾਂ ਇਕੱਠਾ ਰੱਖਣਾ ਚਾਹੁੰਦੇ, ਤੇ ਕੋਈ ਆਪਣੇ 'ਚ ਕੱਟੜਵਾਦ ਵਾਲੀ ਕੋਈ ਗੱਲ ਹੈ ਨਹੀਂ, ਇੱਦਾਂ ਦੀ ਕੋਈ, ਬਸ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦੇ। ਬਹੁਤ ਵਧੀਆ ਸੋਚ ਲੈ ਕੇ ਚੱਲਿਓ। ਜਿਹੜਾ ਨੌਜਵਾਨ ਹੁੰਦਾ ਹੈ ਉਹ ਕਿਸੇ ਨੂੰ ਕਿਸੇ ਰਸਤੇ ਵੱਲ ਵੀ ਮੋੜ ਸਕਦਾ ਹੈ। ਤੁਸੀਂ ਇਹ ਸੋਚ ਨੂੰ ਤੁਹਾਡੇ ਪਰਿਵਾਰਿਕ ਸੋਚ ਹੈ ਕਿ ਤੁਸੀਂ ਇਹ ਸੋਚ ਨੂੰ ਅੱਗੇ ਵਧਾ ਰਹੇ ਹੋ? ਐਕਚੁਅਲੀ ਮੇਰੇ ਫਾਦਰ ਸਾਹਿਬ ਦੀ ਸੋਚ ਬੜੀ, ਮਤਲਬ ਉਹਨਾਂ ਦੀ ਨਾ ਬੋਲਬਾਣੀ ਬੜੀ ਅੱਛੀ ਸੀ, ਉਹਨਾਂ ਨੂੰ ਲੋਕ ਬੜੇ ਪਸੰਦ ਕਰਦੇ ਸੀ। ਜਿੱਦਾਂ ਕਿ ਅੱਜ ਕੱਲ੍ਹ ਹਰ ਬੰਦਾ ਆਪਣੇ ਦੋਸਤ ਦੇ ਘਰੇ ਜਾਂਦਾ ਹੈ, ਭਾਬੀ ਕਹਿ ਗੱਲ ਕਰਦਾ, ਤੇ ਮੇਰੇ ਫਾਦਰ ਸਾਹਿਬ ਨੇ ਕਦੇ ਕਿਸੇ ਨੂੰ ਭਾਬੀ ਨਹੀਂ ਕਿਹਾ। ਉਹ ਹਮੇਸ਼ਾ ਭੈਣ ਤੋਂ ਇਲਾਵਾ ਕਦੇ ਬੋਲੇ ਨਹੀਂ। ਉਹਨਾਂ ਦੇ ਸੰਸਕਾਰ ਸਾਡੇ 'ਚ ਹੈ। ਅਸੀਂ ਵੀ ਹਰ ਮਤਲਬ ਜਿਹਦੇ ਵੀ ਘਰੇ ਜਾਈਏ ਭੈਣ ਭਾਈ ਦਾ ਰਿਸ਼ਤਾ ਕਾਇਮ ਰੱਖੀਦਾ ਹੈ, ਤੇ ਇੱਦਾਂ ਹੀ ਆਪਣੇ ਬਰਾਦਰੀਆਂ 'ਚ ਵੀ ਹੈਗਾ। ਤੇ ਇਸ ਕਰਕੇ ਆਪਾਂ ਮੰਦਿਰ ਨੂੰ ਵੀ ਮੰਦਿਰ ਵੀ ਬਣਾ ਰਹੇ ਹਾਂ, ਚਰਚ ਵੀ ਬਣਾਇਆ ਹੈ, ਤੇ ਪੀਰ ਵੀ ਹੈ, ਤੇ ਹੁਣ ਮਸਜਿਦ ਵੀ ਬਣਾਈ ਹੈ। ਜਿਹੜੀ ਮਸਜਿਦ ਦੀ ਜਗ੍ਹਾ ਹੈ ਉਹ ਮੇਰੇ ਫਾਦਰ ਸਾਹਿਬ ਦੇ ਨਾਮ ਤੋਂ ਰਜਿਸਟਰੀ ਕਰਾ ਕੇ ਆਪਾਂ ਦੇਤੀ ਹੈ, ਤੇ ਬਣਾਵਾਂਗੇ ਪੂਰੀ। ਆਪਾਂ ਕਿਸੇ ਗਰੀਬ ਬੰਦਾ ਜੋ ਦੇਣਾ ਚਾਹੁੰਦਾ 5 ਰੁਪਏ 2 ਰੁਪਏ ਠੀਕ ਹੈ, ਪਰ ਮਸਜਿਦ ਅੱਜ ਤੋਂ ਕੰਮ ਬੰਦ ਨਹੀਂ ਹੋਊਗਾ। ਮਸਜਿਦ 3 ਫਲੋਰ ਬਣਾਉਣੀਆਂ, 3 ਫਲੋਰ ਕੰਪਲੀਟ ਬਣਾ ਕੇ ਕਲੀਅਰ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਹੈਪੀ ਜੀ। ਥੈਂਕ ਯੂ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੰਦੀਪ ਕੰਬੋਜ,